अब कलु आयो आयो, एक नाम बो बो, आन रुत नाही नाही, मत फर्म फूलो फूलो। जिस वक्त द्वापर युग का अखीर आया, कुछ थोड़ा जिहा समा इस युग का रहिंदा सी। साडे हिंदुस्तान विच पांडवां दा राज सी, युधिष्ठिर चक्रवर्ती राजा सी। ये 5 भरा सन राजे पंडू के पुत्र युधिष्ठिर, भीम, अर्जुन, नकुल, सहदेव। वड्डा युधिष्ठिर राजा सी। 5 भरा रल मिल के राजकाज दे विच हिस्सा लेंदे सन, पूरा पूरा इंसाफ करते, पब्लिक नूं सुख दिंदे सन। जो राजा का फर्ज है, राजे चुली न्याय की। सोइयों ये उसी समय दे विच द्वापर दे अवतार कृष्ण भगवान होए हैं। 16 कला अवतार मने हैं विष्णु का, उन्हां दा भी अवतार होया। परमार्थ रिश्ते वालों ये 5 भरा उन्हां दे भगत सन, वो प्रभु सन। दुनियावी रिश्ते वालों आपस विच ही ये मामे फुफे दे पुत्र भरा भी लगते सन। यूं इस तरीके से अज ये 5 भरा भगवान कृष्ण नूं मिलण वास्ते गए, नमस्कार की, बैठ गए। उन्होंने अचनचेत ही ये बचन कहा, अब कलु आयो आयो। ये बचन उन्होंने 2-3 दफा कहा। कलु आयो रे हरि नाम बीज लो, कलु आयो रे हरि नाम बीज लो। कलु आयो रे हरि नाम बीज लो, कलु आयो रे हरि नाम बीज लो। ये लफ्ज कृष्ण भगवान ने 2-3 दफा कहा। युधिष्ठिर वड्डा भरा सी और राज तख्त का मालिक भी सी। उसने दोवें हथ जोड़ के प्रार्थना की थी, प्रभु भगवान कैसे जानिए कलयुग आ गया। कृष्ण जी कहन लगे, द्वापर खत्म होने वाला है, कलयुग ने अपने पैर है दुनिया विच आ पाए हैं। फिर युधिष्ठिर ने पूछा, कलयुग के की लक्षण हैं, किवें पछाणीए, किवें जानिया जावे कलयुग है। सो उन्हें कहा, सवेर वेले इशनान आदि करके जदों तुसीं अपने रोज़ के नितनेम करने वास्ते बैठोगे, उस मौके थानू दृष्टांत होणगे, वो कलयुग के लक्षण समझ लेना। ये 5 भरा बड़े धर्मात्मा सन, भगवान दे भगत भी सन। जितनी देर तक सवेरे इशनान अपना नितनेम भजन का ना कर लेंदे, किसी काम विच प्रवृत्त नहीं सन हुंदे। धर्मात्मा पुरुष का मुख फर्ज परमेश्वर का भजन पहले करना है। वैसे भी विचार दृष्टि करके देखा जाए, इंसान 2 हिस्सों का बनया है, एक रूह है, दूसरा जिस्म है। इसका अपना आपा रूह है, जिस्म नहीं। जिस्म इसनूं कुछ देर वास्ते मिलिया होया है। सो इस तो यह जिस्म खो लिया जाएगा और जिस्म मिल जाएगा। जिमें एक वस्त्र उतार के
ਹੋਰ ਬਸਤਰ ਪਹਿਨ ਲੈਂਦਾ ਹੈ, ਜਿਸਮ ਬਸਤਰ ਦੀ ਨਹੀਂ ਹੈ। ਸੋ ਇਸਨੇ ਗਲਤੀ ਕਰਕੇ, ਮੁਗਾਲਤੇ ਕਰਕੇ, ਭੁੱਲ ਕਰਕੇ, ਅਗਿਆਨ ਕਰਕੇ, ਜਹਾਲਤ ਦਾ ਪਰਦਾ ਸਥੂਲ ਹੋਣ ਕਰਕੇ ਆਪਣੇ ਆਪ ਨੂੰ ਬਜਾਏ ਰੂਹ ਦੇ ਜਿਸਮ ਮੰਨਿਆ ਹੋਇਆ ਹੈ। ਇਸ ਦੀ ਬੜੀ ਭਾਰੀ ਭੁੱਲ ਹੈ। ਇਹਦੀ ਭੁੱਲ ਇਹੋ ਜਿਹੀ ਹੈ। ਖੈਰ, ਇਨਸਾਨ ਦੋ ਹਿੱਸਿਆਂ ਦਾ ਬਣਿਆ, ਰੂਹ ਹੈ ਔਰ ਜਿਸਮ ਹੈ। ਇਸ ਦੇ ਦੋ ਫਰਜ਼ ਬਣਦੇ ਨੇ, ਇੱਕ ਰੂਹਾਨੀ ਫਰਜ਼ ਹੈ, ਇੱਕ ਜਿਸਮਾਨੀ ਫਰਜ਼ ਹੈ। ਜਿਸਮਾਨੀ ਫਰਜ਼ ਹਰ ਦੁਨੀਆ ਦਾ ਫਰਦ ਬਸ਼ਰ ਇਸ ਦੇ ਵਾਸਤੇ ਲੱਗਿਆ ਹੈ। ਸਭ ਕੁਝ ਜਿਸਮ ਵਾਸਤੇ ਕਰਦਾ ਹੈ। ਨੌਕਰੀ, ਚਾਕਰੀ, ਖੇਤੀ, ਪੱਤੀ, ਵਣਜ, ਵਪਾਰ, ਦਿਨ ਰਾਤ ਦੇ 8 ਪਹਿਰੇ ਇੱਧਰ ਸਰਫ ਕਰਦਾ ਹੈ, ਇੱਧਰ ਖਰਚ ਕਰਦਾ ਹੈ। ਪਰ ਰੂਹਾਨੀ ਫਰਜ਼ ਵਾਸਤੇ ਕੋਈ ਵਿਰਲੇ ਹਨ ਜਿਨ੍ਹਾਂ ਨੂੰ ਰੂਹਾਨੀਅਤ ਦਾ ਪਤਾ ਹੈ। ਜਿਸਮ ਇਨਸਾਨ ਦੇ ਅੰਦਰ ਮੁੱਖ ਚੀਜ਼ ਕਿਹੜੀ ਹੈ? ਰੂਹ। ਅਗਰ ਰੂਹ ਨਾ ਹੋਵੇ ਜਿਸਮ ਨਹੀਂ ਰਹਿ ਸਕਦਾ। ਜਿਸਮ ਜੜ ਚੀਜ਼ ਹੈ, ਅਸਤ ਹੈ, ਦੁੱਖ ਰੂਪ ਵੀ ਹੈ। ਸੋ ਇਹਦੇ ਵਿੱਚੋਂ ਜਦੋਂ ਰੂਹ ਨਿਕਲ ਜਾਂਦੀ ਹੈ, ਇਹਨੂੰ ਕਹਿੰਦੇ ਨੇ ਮਰ ਗਿਆ। ਜਿਸਮ ਨੂੰ ਫੂਕ ਦਿੰਦੇ ਨੇ, ਦੱਬ ਦਿੰਦੇ ਨੇ, ਇਸ ਤੋਂ ਹੀ ਘਿਰਣਾ ਕਰਨ ਲੱਗ ਪੈਂਦੇ ਨੇ, ਇਸ ਨੂੰ ਹੀ ਭੂਤ ਕਹਿਣ ਲੱਗ ਪੈਂਦੇ ਹਨ। ਇਹਦੀ ਹਾਲਤ ਹੁੰਦੀ ਹੈ। ਤਾਂ ਤੇ ਸਭ ਦਾ ਆਪਣਾ ਆਪਾ ਔਰ ਮੁੱਖ ਚੀਜ਼ ਰੂਹ ਹੈ। ਪਹਿਲਾ ਫਰਜ਼ ਰੂਹਾਨੀ, ਜਿਹੜੇ ਪਰਮਾਰਥਕ ਬੰਦੇ ਹਨ, ਸੂਝ ਬੂਝ ਵਾਲੇ ਬੰਦੇ ਹਨ, 8 ਪਹਿਰਾਂ ਵਿੱਚੋਂ ਕਮ ਸੇ ਕਮ ਇੱਕ ਪਹਿਰ ਜਿਹੜਾ ਸਭ ਤੋਂ ਅੱਛਾ ਵਕਤ ਅੰਮ੍ਰਿਤ ਵੇਲਾ, ਵੈਸੇ ਸਾਰੇ ਸਮੇਂ ਭਜਨ ਵਾਸਤੇ ਅੱਛੇ ਹਨ, ਲੇਕਿਨ ਉਹ ਸਵੇਰੇ, ਕਿਉਂਕਿ ਰਾਤ ਨੂੰ ਇਨਸਾਨ ਪੂਰੀ ਨੀਂਦ ਲੈ ਚੁੱਕਦਾ ਹੈ। ਨੀਂਦ ਵੀ ਜਿਸਮ ਦੀ ਖੁਰਾਕ ਹੈ। ਉਸ ਤੋਂ ਬਾਅਦ ਉੱਠ ਕੇ ਸੋਚ ਦਾਤਨ ਕੁਰਲਾ ਕਰਕੇ, ਇਸ਼ਨਾਨ ਕਰਕੇ, ਸਰੀਰ ਦੀ ਸ਼ੁੱਧੀ ਦੁਆਰਾ ਫਿਰ ਭਜਨ ਕਰੇ। ਸੋ ਉਹ ਇੱਕ ਪਹਿਰ ਇਸ ਪਾਸੇ ਖਰਚ ਕਰੇ। ਨਾਨਕ ਨਾਮ ਖੁਦਾਏ ਕਾ ਮਨ ਅੱਛੇ ਮੁਖਲੇ। ਸੋ ਇਉਂ ਇਹ ਰੂਹਾਨੀ ਫਰਜ਼। ਇਹ ਪੰਜੇ ਭਰਾ ਪਰਮਾਰਥਕ ਔਰ ਧਾਰਮਿਕ ਬੰਦੇ ਹੋਣ ਕਰਕੇ ਪਹਿਲੇ ਇਸ਼ਨਾਨ ਆਦਿ ਕਰਕੇ, ਨਿਤਨੇਮ ਕਰਕੇ, ਫਿਰ ਰਾਜਕਾਜ ਵਿੱਚ ਪ੍ਰਵਿਰਤ ਹੁੰਦੇ ਸਨ, ਵੈਸੇ ਨਹੀਂ। ਸੋ ਭਗਵਾਨ ਕ੍ਰਿਸ਼ਨ ਨੇ ਇਹਨੂੰ ਇਹ ਕੁਝ ਕਿਹਾ ਸੀ, ਜਦੋਂ ਤੁਸੀਂ ਸਵੇਰੇ ਇਸ਼ਨਾਨ ਕਰਕੇ ਆਪਣੇ ਭਜਨ ਵਾਸਤੇ ਬੈਠੋਗੇ, ਉਸ ਮੌਕੇ ਤੁਹਾਨੂੰ ਕੁਛ ਨਾ ਕੁਛ ਦ੍ਰਿਸ਼ਟਾਂਤ ਹੋਣਗੇ, ਨਜ਼ਰ ਆਏਗਾ। ਉਹ ਤੁਸੀਂ ਕਲਯੁਗ ਦੇ ਲੱਛਣ ਸਮਝ ਲੈਣਾ। ਇਹਨਾਂ ਨੇ ਕਲਯੁਗ ਦੇ ਲੱਛਣ ਪੁੱਛਿਆ ਸੀ। ਸੋ ਇਸੀ ਤਰ੍ਹਾਂ ਅੱਜ ਸਵੇਰੇ ਉੱਠ ਕੇ ਸੋਚ ਦਾਤਨ ਕੁਰਲਾ ਕਰਕੇ, ਇਸ਼ਨਾਨ ਕਰਕੇ, ਇਹ ਆਪਣੇ ਆਪਣੇ ਆਸਣਾਂ 'ਤੇ ਆ ਸਜੇ, ਚੌਂਕੜਾ ਲਗਾ ਕੇ ਬੈਠ ਗਏ। ਨੇਤਰ ਮੀਟ ਕੇ ਆਪਣੀ ਸੁਰਤ ਨੂੰ, ਆਪਣੇ ਖਿਆਲ ਨੂੰ ਰੋਜ਼ ਦੇ ਸੁਭਾਵ ਦੇ ਮੁਤਾਬਕ ਜਿੱਥੇ ਰੋਜ਼ ਟਿਕਾਉਂਦੇ ਸਨ, ਪ੍ਰਭੂ ਦੇ ਧਿਆਨ ਦੇ ਵਿੱਚ ਟਿਕਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਅੱਜ ਕਿਸੇ ਦਾ ਵੀ ਖਿਆਲ ਨਹੀਂ ਜੰਮਦਾ, ਕਿਸੇ ਦਾ ਵੀ ਮਨ ਇਕਾਗਰ ਨਹੀਂ ਹੁੰਦਾ। ਕਿਸੇ ਨੂੰ ਕੁਛ ਦਿੰਦਾ ਹੈ, ਕਿਸੇ ਨੂੰ ਕੁਛ ਦਿੰਦਾ ਹੈ। ਯੁਧਿਸ਼ਟਰ ਨੂੰ ਇੱਕ ਹੰਸ ਦਿਸਿਆ ਸਫੈਦ ਰੰਗ ਦਾ, ਜਿਸ ਦੇ ਇੱਕ ਖੰਭ 'ਤੇ ਪੁਰਾਣ, ਇੱਕ 'ਤੇ ਕੁਰਾਨ। ਕੁਰਾਨ ਹਿੰਦੂਆਂ ਦਾ ਮਤਵਰਕ ਪੁਸਤਕ, ਕੁਰਾਨ ਇਸਲਾਮ ਦਾ। ਸੋ ਇਹ ਦੇਖੇ, ਪਰ ਉਹ ਹੰਸ ਕਿਰਮ ਕੀੜੇ ਮਾਰ ਮਾਰ ਖਾ ਰਿਹਾ। ਇਹ ਰਾਜੇ ਯੁਧਿਸ਼ਟਰ ਨੇ ਦੇਖਿਆ। ਉਸ ਤੋਂ ਛੋਟਾ ਭਰਾ ਭੀਮ ਸੈਨ ਨੇ ਇੱਕ ਹਾਥੀ ਦੇਖਿਆ, ਜਿਸ ਦੇ 2 ਸੁੰਡਾਂ। ਹਾਥੀ ਦੇ ਹਮੇਸ਼ਾ ਇੱਕ ਸੁੰਡ ਹੋਇਆ ਕਰਦਾ। ਫਿਰ ਹਾਥੀ ਘਾਸਖੋਰਾ ਜਾਨਵਰ ਹੈ, ਮਾਂਸ ਨਹੀਂ ਖਾਇਆ ਕਰਦਾ। ਸੋ ਉਹ ਹਾਥੀ ਇੱਕ ਸੁੰਡ ਦੇ ਨਾਲ ਘਾਹ ਖਾਈ ਜਾਂਦਾ, ਇੱਕ ਦੇ ਨਾਲ ਮਾਂਸ ਖਾਈ ਜਾਂਦਾ। ਤੀਸਰੇ ਅਰਜਨ ਨੇ ਇੱਕ ਗਊ ਦੇਖੀ, ਆਪਣੀ ਵੱਛੀ ਨੂੰ ਚੁੰਗੀ ਜਾਂਦੀ ਹੈ। ਚੁੰਗਣਾ ਵੱਛੀ ਨੇ ਗਾਂ ਨੂੰ ਸੀ, ਉਲਟਾ ਗਊ ਵੱਛੀ ਨੂੰ ਚੁੰਗੀ ਜਾ ਰਹੀ ਹੈ। ਨਕਲ ਨੇ, ਚੌਥੇ ਭਰਾ ਨੇ 3 ਖੂਹ ਮਤਵਾਤਰ ਦੇਖੇ, ਵਿਚਾਲੜਾ ਸੁੱਕਾ, 2 ਲਾਹਮਨੇ ਵਿੱਚ ਪਾਣੀ। ਪਾਣੀ ਵਾਲੇ ਦੀ ਧਾਰਾ ਇੱਕ ਦੂਜੇ ਨਾਲ ਤਾਲੁਕ ਰੱਖਦੀ ਹੈ, ਸੁੱਕੇ ਵਿੱਚ ਹੀ ਗੁਜ਼ਰ ਜਾਂਦੀ ਹੈ, ਉਹਦੇ ਵਿੱਚ ਪਾਣੀ ਕੋਈ ਨਹੀਂ ਗਿਰਦਾ। 5ਵੇਂ ਸਹਿਦੇਵ ਨੇ ਬੜਾ ਭਾਰਾ ਪਹਾੜ, ਉਹਦੇ ਉੱਪਰੋਂ ਹਜ਼ਾਰਾਂ ਮਣ ਦਾ ਪੱਥਰ ਉੱਡਦਾ ਦੇਖਿਆ। ਬੜੇ ਬੜੇ ਕੇਲੋਂ, ਚੀਲ, ਲਿਆਰ ਆਦਿ ਦੇ ਦਰਖਤ ਜੋ ਕਿ ਪਹਾੜੀ ਇਲਾਕਿਆਂ 'ਚ ਹੁੰਦੇ ਹਨ, ਉਹਨਾਂ ਨੂੰ ਭੰਦਾ ਤੋੜਦਾ ਚਲਿਆ ਆ ਰਿਹਾ ਹੈ। ਕੋਈ ਦਰਖਤ ਉਸ ਨੂੰ ਰੋਕਣ ਨੂੰ ਸਮਰੱਥ ਨਾ ਹੋ ਸਕਿਆ।
ਅਖੀਰ ਇੱਕ ਸੂਖਮ ਤੀਲਾ ਘਾਹ ਦਾ, ਮਾਮੂਲੀ ਫੰਡਾ ਘਾਹ ਦਾ, ਉਹਦੇ ਆਸਰੇ ਉਹ ਹਜ਼ਾਰਾਂ ਮਣ ਦਾ ਪੱਥਰ ਰੁਕ ਗਿਆ। ਇਹ ਪੰਜਾਂ ਨੇ ਅਲੱਗ-ਅਲੱਗ ਦ੍ਰਿਸ਼ਟਾਂਤ ਦੇਖੇ, ਪਰ ਸਮਝ ਕੁਛ ਨਾ ਪੈ ਸਕੀ। ਕਿਹਾ ਸੀ ਤੁਹਾਨੂੰ ਦ੍ਰਿਸ਼ਟਾਂਤ ਹੋਣਗੇ, ਉਹ ਕਲਯੁਗ ਦੇ ਲੱਛਣ ਹੋਣਗੇ, ਪਰ ਇਹਨਾਂ ਨੂੰ ਇਸ ਗੱਲ ਦੀ ਸਮਝ ਕੁਛ ਨਾ ਪਈ। ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਪੰਜਾਂ ਭਰਾਵਾਂ ਨੇ ਪੰਜੇ ਅਲੱਗ-ਅਲੱਗ ਦ੍ਰਿਸ਼ਟਾਂਤ ਦੇਖੇ, ਲੇਕਿਨ ਸਮਝ ਨਹੀਂ ਪੈ ਸਕੀ, ਕਿਉਂਕਿ ਕ੍ਰਿਸ਼ਨ ਜੀ ਨੇ ਕਿਹਾ ਸੀ ਵੀ ਇਹ ਕਲਯੁਗ ਦੇ ਲੱਛਣ ਹੋਣਗੇ ਜੋ ਤੁਹਾਨੂੰ ਦਿਖਾਈ ਦੇਵੇਗਾ। ਸ਼ਾਮ ਨੂੰ ਭਗਵਾਨ ਨੂੰ ਮਿਲਣ ਵਾਸਤੇ ਆਉਂਦੇ ਹਨ, ਨਮਸਕਾਰ ਕਰਕੇ ਬੈਠ ਗਏ। ਯੁਧਿਸ਼ਟਰ ਨੇ ਪ੍ਰਾਰਥਨਾ ਕੀਤੀ, ਪ੍ਰਭੂ ਆਪ ਦਾ ਹੁਕਮ ਸੀ ਭਜਨ ਵੇਲੇ ਕੁਝ ਦ੍ਰਿਸ਼ਟਾਂਤ ਹੋਣਗੇ ਜੋ ਕਿ ਕਲੂਕਾਲ ਦੇ ਲੱਛਣ ਹੋਣਗੇ, ਪਰ ਸਾਨੂੰ ਸਮਝ ਕੁਛ ਨਹੀਂ ਪਈ। ਕਿਰਪਾ ਕਰਕੇ ਇਹਨਾਂ ਦਾ ਨਿਰਣਾ ਕਰਕੇ ਸਾਨੂੰ ਸਮਝਾ ਦਿਓ, ਬੜੀ ਮਿਹਰਬਾਨੀ ਹੋਵੇਗੀ। ਸੋ ਜਦੋਂ ਇਹ ਯੁਧਿਸ਼ਟਰ ਨੇ ਪ੍ਰਾਰਥਨਾ ਕੀਤੀ, ਉਸ ਮੌਕੇ ਕ੍ਰਿਸ਼ਨ ਜੀ ਕਹਿਣ ਲੱਗੇ ਆਪਣਾ ਆਪਣਾ ਦ੍ਰਿਸ਼ਟਾਂਤ ਦੱਸੋ, ਤਾਂ ਕਿ ਤੁਹਾਨੂੰ ਉਹਨਾਂ ਦਾ ਨਿਰਣਾ ਕਰਕੇ ਦੱਸ ਦਿੱਤਾ ਜਾਏ। ਪਹਿਲੇ ਯੁਧਿਸ਼ਟਰ ਕਹਿਣ ਲੱਗਾ, ਜਿਸ ਵਕਤ ਮੈਂ ਆਪਣੇ ਆਸਣ 'ਤੇ ਬੈਠਾ ਚੌਂਕੜਾ ਲਗਾ ਕੇ ਆਪਣੇ ਖਿਆਲ ਨੂੰ ਬਾਹਰੋਂ ਸੰਕੋਚ ਕੇ ਰੋਜ਼ ਦੇ ਸੁਭਾਅ ਦੇ ਮੁਤਾਬਕ ਪ੍ਰਭੂ ਧਿਆਨ ਸਿਮਰਨ ਵਿੱਚ ਜੋੜਨ ਲੱਗਾ, ਅੱਗੇ ਜੁੜ ਜਾਂਦਾ ਸੀ। ਲੇਕਿਨ ਅੱਜ ਮੈਨੂੰ ਇੱਕ ਹੰਸ ਨਜ਼ਰ ਆਇਆ, ਜਿਸ ਦਾ ਰੰਗ ਸਫੈਦ ਸੀ। ਇੱਕ ਖੰਭ 'ਤੇ ਕੁਰਾਨ, ਇੱਕ 'ਤੇ ਕੁਰਾਨ, ਔਰ ਉਹ ਹੰਸ ਕੀੜੇ ਮਾਰ ਮਾਰ ਖਾਂਦਾ ਸੀ। ਇਹ ਨਹੀਂ ਸਮਝ ਪਈ, ਪਹਿਲੇ ਹੰਸਾਂ ਦੇ ਖੰਭਾਂ 'ਤੇ ਕੁਰਾਨ ਨਹੀਂ ਹੁੰਦੇ, ਫਿਰ ਹੰਸਾਂ ਦਾ ਖਾਜਾ ਹੀਰੇ ਮੋਤੀ ਹੁੰਦੇ, ਕੀੜੇ ਨਹੀਂ ਮਾਰ ਕੇ ਖਾਇਆ ਕਰ। ਇਹ ਕਿਰਪਾ ਕਰਕੇ ਸਮਝਾਓ। ਸੋ ਕ੍ਰਿਸ਼ਨ ਜੀ ਕਹਿਣ ਲੱਗੇ, ਇਹ ਕਲੂਕਾਲ ਦਾ ਹੀ ਲੱਛਣ ਹੈ। ਕਲਯੁਗ ਦੇ ਵਿੱਚ ਕੁਰਾਨਾਂ ਵਾਚਣ ਵਾਲੇ ਔਰ ਕੁਰਾਨਾਂ ਵਾਚਣ ਵਾਲੇ ਮਤਾਂਤਰਾਂ ਦੇ ਵਿਦਵਾਨਾਂ ਵਾਲੇ ਇਸ਼ਾਰਾ। ਸੋ ਉਹ ਜੋ ਪੁਰਾਣਾ ਵਿੱਚ ਕਥਨ ਕੀਤਾ ਹੈ, ਦੋ ਕਿਸਮ ਦੇ ਕਰਤੱਵ ਦੱਸੇ ਹਨ, ਇੱਕ ਤਿਆਗਣੀ ਯੋਗ, ਇੱਕ ਗ੍ਰਹਿਣ ਕਰਨ ਯੋਗ। ਜਿਹੜੇ ਕਰਮ ਦੁਖਦਾਈ ਹਨ, ਜਿਨ੍ਹਾਂ ਦਾ ਫਲ ਦੁੱਖ ਹੈ, ਇੱਥੇ ਉੱਥੇ ਉਹਨਾਂ ਦੇ ਪਰਿਤਿਆਗ ਦੇ ਵਾਸਤੇ ਪ੍ਰੇਰਨਾ ਕੀਤੀ ਹੈ। ਜਿਨ੍ਹਾਂ ਕਰਮਾਂ ਦਾ ਫਲ ਸੁਖ ਹੈ ਦੁਨੀ ਜਹਾਨੀ, ਉਹਨਾਂ ਕਰਮਾਂ ਨੂੰ ਕਰਨ ਦੀ ਪ੍ਰੇਰਨਾ ਕੀਤੀ ਹੈ। ਸੋ ਇਸ ਕਰਕੇ ਕਲੂਕਾਲ ਦੇ ਜ਼ਮਾਨੇ ਦੇ ਪੁਰਾਣਾ ਆਦਿ ਵਾਚਣ ਵਾਲੇ ਵਿਦਵਾਨਾਂ ਵਾਲੇ ਇਸ਼ਾਰਾ ਵੀ ਜੋ ਉਹਨਾਂ ਵਿੱਚ ਕਥਨ ਕੀਤਾ ਹੈ, ਉਹਨਾਂ ਦੇ ਅਨੁਸਾਰ ਨਹੀਂ ਚੱਲਿਆ ਕਰਨਗੇ, ਬਲਕਿ ਆਪਣੀ ਕਾਰਵਾਈ ਉਲਟ ਹੋਏਗੀ ਉਹਨਾਂ ਦੀ। ਇਹ ਕਲੂਕਾਲ ਦੇ ਲੱਛਣ ਸਮਝ ਲੈਣਾ ਕਲਯੁਗ ਦੇ ਵਿੱਚ। ਦੂਸਰੇ ਭੀਮਸੈਨ ਨੂੰ ਪੁੱਛਿਆ ਗਿਆ, ਉਹ ਕਹਿੰਦਾ ਮੈਂ ਇੱਕ ਹਾਥੀ ਦੇਖਿਆ, ਦੋ ਸੁੰਡਾਂ ਵਾਲਾ, ਇੱਕ ਦੇ ਨਾਲ ਘਾਹ ਖਾਂਦਾ ਸੀ, ਇੱਕ ਦਿਨ ਮਾਂਸ ਖਾਂਦਾ ਸੀ। ਹਾਥੀ ਦੇ ਦੋ ਸੁੰਡਾਂ ਨਹੀਂ ਹੁੰਦੀਆਂ, ਇੱਕ ਸੁੰਡ ਹੋਇਆ ਕਰਦੀ ਹੈ। ਸੋ ਕ੍ਰਿਸ਼ਨ ਜੀ ਕਹਿਣਗੇ ਠੀਕ ਹੈ, ਦਰਅਸਲ ਤੈਨੂੰ ਇਸ ਬਹਾਨੇ ਕਲਯੁਗ ਦੇ ਕੁਛ ਲੱਛਣ ਦੱਸੇ ਗਏ ਹਨ। ਕਲਯੁਗ ਦੇ ਵਿੱਚ ਨਿਆਂਕਾਰੀ, ਨਿਆਂ 'ਤੇ ਬਿਠਾਏ ਹੋਏ ਜਿਹੜੇ ਲੋਕ ਹਨ, ਰਾਜਾ ਲੋਕ ਕਹਿ ਲਓ, ਨਿਆਂਕਾਰੀ ਕਹਿ ਲਓ, ਸੋ ਉਹਨਾਂ ਦਾ ਫਰਜ਼ ਪ੍ਰਜਾ ਨੂੰ ਸੁੱਖ ਦੇਣਾ ਹੋਇਆ ਕਰਦਾ। ਪਰ ਕਲਯੁਗ ਦੇ ਵਿੱਚ ਐਸਾ ਹੋਵੇਗਾ, ਉਹ ਸੱਚੇ ਝੂਠੇ ਦੋਨੋਂ ਤੋਂ ਵੱਡੀਆਂ ਲੈ ਕੇ ਕੰਮ ਕੁਛ ਨਹੀਂ ਕਰਿਆ ਕਰਨਗੇ। ਇਹ ਕਲਯੁਗ ਦਾ ਵਰਤਾਰਾ ਹੋਏਗਾ, ਪਬਲਿਕ ਦੁਖੀ ਹੋ ਜਾਏਗੀ, ਇਨਸਾਫ ਨਹੀਂ ਮਿਲਿਆ ਕਰੇਗਾ। ਸੋ
ਸੋ ਤੀਸਰੇ ਅਰਜਨ ਨੂੰ ਪੁੱਛਿਆ, ਤੂੰ ਦੱਸ। ਅਰਜਨ ਕਹਿਣ ਲੱਗਾ, ਮੈਂ ਇੱਕ ਗਊ ਦੇਖੀ ਜੋ ਆਪਣੀ ਵੱਛੀ ਨੂੰ ਚੁੰਗੀ ਜਾਂਦੀ ਸੀ। ਉਲਟ ਗੱਲ, ਚੁੰਗਣਾ ਵੱਛੀ ਨੇ ਗਾਂ ਨੂੰ ਸੀ। ਕਹਿਣ ਲੱਗੇ, ਹਾਂ, ਇਹ ਕਲਯੁਗ ਦਾ ਦ੍ਰਿਸ਼ਟਾਂਤ ਹੈ। ਕਲਯੁਗ ਦੇ ਸਮੇਂ ਦੇ ਵਿੱਚ ਜੋ ਲੋਕ ਲੜਕੀਆਂ ਦਾ ਪੈਸਾ ਲੈ ਕੇ ਖਾਇਆ ਕਰਨਗੇ, ਉਲਟਾ ਜਿਹੜਾ ਉਹਨਾਂ ਨੂੰ ਕੁਛ ਦੇਣਾ ਬਣਦਾ ਹੈ, ਜਾਂ ਵਕਤ ਅੱਜ ਕੱਲ੍ਹ ਲੋਕੀ ਲੜਕਿਆਂ ਦਾ ਪੈਸਾ ਵੀ ਲੈ ਕੇ ਖਾਇਆ ਕਰਨਗੇ, ਪਹਿਲੇ ਮੰਗਿਆ ਕਰਨਗੇ ਕੀ ਦਿੰਦੇ ਆ। ਇਸ ਦਾ ਨਤੀਜਾ ਦੁਖੀ ਹੋਣਾ ਹੈ। ਇਸ ਕਰਕੇ ਇਹ ਵੀ ਕਲਯੁਗ ਦਾ ਲੱਛਣ ਹੀ ਹੋਏਗਾ। ਚੌਥੇ ਨਕਲ ਕਹਿਣ ਲੱਗਾ, ਮੈਂ ਤੈਨੂੰ ਖੂਹ ਦੇਖੇ ਮਤਵਾਤਰ, ਵਿਚਾਲੜਾ ਸੁੱਕਾ, ਦੋ ਲਾਮਦਿਆਂ ਵਿੱਚ ਪਾਣੀ ਵੱਲ ਦੀ ਧਾਰਾ ਇੱਕ ਦੂਜੇ ਨਾਲ ਤਾਲੁਕ ਰੱਖਦੀ ਹੈ। ਵਿਚਾਲੜਾ ਸੁੱਕੇ ਦਾ ਸੁੱਕਾ, ਇਹ ਕਿਰਪਾ ਕਰਕੇ ਦੱਸੋ। ਕਹਿਣ ਲੱਗੇ, ਹਾਂ, ਇਹ ਵੀ ਕਲਯੁਗ ਦੇ ਲੱਛਣ ਹਨ। ਕਲਯੁਗ ਕਾਲ ਦੇ ਵਿੱਚ ਲੋਕੀ ਨਜ਼ਦੀਕੀਆਂ ਨਾਲੋਂ ਹਿਤਮੋਹ ਤੋੜ ਕੇ ਦੂਰ ਇਹਨਾਂ ਦਾ ਹਿਤਮੋਹ ਹੋਇਆ ਕਰੇਗਾ। ਸੋ ਇਸ ਕਰਕੇ ਧਨ ਦੌਲਤ ਦਾ ਹੀ ਪਿਆਰ ਰਹਿ ਜਾਏਗਾ। ਇਸਤਰੀ ਪੁਰਖੇ ਦਾਮ ਹਿਤ ਭਾਵੇਂ ਆਏ ਕਿਥਾਂ ਹੂੰ ਜਾਹੀ, ਇਹ ਕਲਯੁਗ ਦੇ ਲੱਛਣ ਹੋਣਗੇ। ਪੰਜਵੇਂ ਸਹਿਦੇਵ ਕਹਿਣ ਲੱਗਿਆ, ਮੈਂ ਇੱਕ ਪਹਾੜ ਤੋਂ ਹਜ਼ਾਰਾਂ ਮਣ ਦਾ ਪੱਥਰ ਉੱਡਦਾ ਦੇਖਿਆ, ਬੜੇ ਬੜੇ ਕੇਲੋਂ ਚੀਰ ਲਿਆਰਾ ਦੇ ਦਰਖਤਾਂ ਨੂੰ ਭੰਦਾ ਤੋੜਦਾ ਚਲਾ ਰਿਹਾ ਹੈ। ਕੋਈ ਵੀ ਦਰਖਤ ਉਸ ਨੂੰ ਰੋਕਣ ਨੂੰ ਸਮਰੱਥ ਨਾ ਹੋ ਸਕਿਆ। ਅਖੀਰ ਸੂਖਮ ਤੀਲਾ ਘਾਹ ਦਾ ਆ ਗਿਆ, ਜਿਸ ਦੇ ਆਸਰੇ ਉਹ ਹਜ਼ਾਰਾਂ ਮਣ ਦਾ ਪੱਥਰ ਠੱਲਿਆ ਗਿਆ। ਉਸ ਸੂਖਮ ਤੀਲੇ ਘਾਹ ਦੇ ਨੂੰ ਤੋੜਨ ਨੂੰ ਸਮਰੱਥ ਨਾ ਹੋ ਸਕਿਆ। ਸੋ ਇਹ ਬਚਨ ਸੁਣ ਕੇ ਕਹਿਣ ਲੱਗੇ, ਹਾਂ, ਇਹ ਕਲਯੁਗ ਦਾ ਹੀ ਲੱਛਣ ਹੈ। ਕਲਯੁਗ ਦੇ ਵਿੱਚ ਲੋਕੀ ਪਹਿਲੇ ਸਮਿਆਂ ਵਾਂਗੂ ਕਈ ਬਾਜ ਸਾਧਨ ਕਰਕੇ ਆਪਣੇ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਿਆ ਕਰਨਗੇ। ਪਹਾੜ ਪਾਪਹੀਨ ਜਿਹੜਾ ਪੱਥਰ ਹੈ ਵੱਡਾ, ਕੇਲੋਂ ਚੀਲ ਲਿਆਰਾ ਦੇ ਦਰਖਤ, ਇਹ ਬਾਜ ਬੇਰੰਗ ਸਾਧਨ ਹਨ। ਇਹਨਾਂ ਦੁਆਰਾ ਮਨ ਨੂੰ ਇਕਾਗਰ ਕਰਨ ਦੀ ਕੋਸ਼ਿਸ਼ ਕਰਿਆ ਕਰਨਗੇ, ਪਰ ਇਹਨਾਂ ਦੁਆਰਾ ਮਨ ਇਕਾਗਰ ਨਹੀਂ ਹੋਇਆ ਕਰੇਗਾ। ਮਨ ਨੂੰ ਇਕਾਗਰ ਕਰਨ ਦਾ ਸਾਧਨ ਇੱਕ ਸੂਖਮ ਤੀਲਾ ਘਾਹ ਦਾ ਕੀ ਪ੍ਰਭੂ ਦਾ ਨਾਮ ਹੈ, ਪਰਮੇਸ਼ਰ ਦਾ ਨਾਮ ਹੈ। ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਵਸ ਜਾਇਆ ਕਰੇਗਾ, ਉਹ ਨਿਪਾਪ ਹੋ ਜਾਇਆ ਕਰੇਗਾ। ਇੱਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਤਾਂ ਤੇ ਕਲਯੁਗ ਦੇ ਵਿੱਚ ਨਾਮ ਦੀ ਮਹੱਤਤਾ ਹੈ, ਨਾਮ ਦੀ ਮਹਿਮਾ ਹੈ। ਇਉਂ ਫਰਮਾਉਂਦੇ ਹਨ, ਕਲੂ ਆਇਓ ਰੇ ਹਰੀ ਨਾਮ ਬੀਜ ਲੋ, ਕਲੂ ਆਇਓ ਰੇ ਹਰੀ ਨਾਮ ਬੀਜ ਲੋ। ਆਪ ਜੀ ਨੇ ਨਾਮ ਦਾ ਸਿਮਰਨ ਪਹਿਲੇ ਸਮਿਆਂ ਵਿੱਚ ਮਨ ਨੂੰ ਇਕਾਗਰ ਕਰਨ ਦਾ ਢੰਗ, ਪ੍ਰਾਣਾਯਾਮ, ਯੋਗਾ ਅਭਿਆਸ, ਰਿਚ ਕਪੂਰਕ ਕੁੰਭਕ ਆਦਿ ਜਿਹੜੇ ਇਹ ਉਪਾਸਨ ਕੀਤੇ ਜਾਂਦੇ ਸਨ, ਇਹਨਾਂ ਦੁਆਰਾ ਪ੍ਰਾਣ ਰੋਕ ਕੇ ਮਨ ਨੂੰ ਰੋਕਿਆ ਜਾਂਦਾ ਸੀ। ਕਿਉਂਕਿ ਯੋਗੀਸ਼ਰਾਂ ਨੇ ਮਨ ਔਰ ਪ੍ਰਾਣ ਇੱਕ ਚੀਜ਼ ਮੰਨੇ ਹਨ। ਮਨ ਰੁਕ ਜਾਏ, ਪ੍ਰਾਣ ਰੁਕ ਜਾਂਦੇ, ਇਹਨਾਂ ਦੀ ਗਤੀ ਧੀਮੀ ਹੋ ਜਾਂਦੀ ਹੈ। ਪ੍ਰਾਣ ਰੁਕ ਜਾਣ, ਮਨ ਰੁਕ ਜਾਂਦਾ ਹੈ, ਦੋਵੇਂ ਇੱਕ ਚੀਜ਼ਾਂ ਜੋ ਹਨ। ਪਰ ਇਹ ਮਾਰਗ ਕਠਿਨ ਹੈ। ਇਸ ਸਮੇਂ ਦੇ ਲੋਕਾਂ ਦੇ ਦਿਮਾਗ ਉਤਨੇ ਤਕੜੇ ਤਾਕਤਵਰ ਨਹੀਂ ਹਨ, ਪ੍ਰਾਣਾਯਾਮ ਦੀਆਂ ਚਾਲਾਂ ਚੱਲਣ ਵਾਲੇ ਹਨ ਨਹੀਂ। ਗੁਰੂ ਨਾਨਕ ਜੀ ਨੇ ਨਾਮ ਦੀ ਥਿਊਰੀ, ਨਾਮ ਸਿਮਰਨ ਦਾ ਮਾਰਗ, ਸੌਖਾ ਮਾਰਗ